ਬਾਹਰੋਂ ਵੀ ਕਈ ਤਰ੍ਹਾਂ ਦੇ ਵਿਘਨ, ਪਰ ਵਾਹਿਗੁਰੂ ਦੇ ਸਿਮਰਨ ਕਰਨ ਵਾਲੇ ਦੀ ਵਾਹਿਗੁਰੂ ਆਪ ਰਾਖੀ ਕਰਦਾ। ਤਾਤੀ ਵਾਉ ਨਾ ਲੱਗਈ ਪਾਰ ਨੂੰ ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀ। ਜਿਸ ਦੇ ਵੱਲ ਪਰਮਾਤਮਾ ਹੋ ਜਾਏ ਉਹਦਾ ਵਾਲ ਵਿੰਗਾ ਨਹੀਂ ਹੋ ਸਕਦਾ। ਰੱਬ ਸਿਮਰਤ ਕਛ ਵਿਗਨ ਨਾ ਲਾਗੇ। ਹੁਣ ਇੱਥੇ ਸਿਮਰਤ ਆ ਗਈ, ਇਹ ਆਵਾਜ਼ ਠੀਕ ਨਹੀਂ ਹੈਗੀ ਤੇ ਮੇਰੇ ਗਲੇ ਨੂੰ ਖਰਾਬ ਕਰ ਰਹੀ, ਪਰ ਮੈਂ ਢੱਕਣ ਦਾ ਯਤਨ ਕਰਦਾ। ਇਹਦੇ ਵੱਲ ਤੁਹਾਡਾ ਧਿਆਨ ਆਉਂਦਾ ਨਹੀਂ, ਮੈਨੂੰ ਬਹੁਤ ਤਕਲੀਫ ਹੁੰਦੀ। ਕੋਈ ਵੀ ਕੰਮ ਕਰਾਉਣਾ ਹੋਵੇ ਤੇ ਕੁਝ ਜ਼ਿੰਮੇਵਾਰੀਆਂ ਆਪ ਲਿਆ ਕਰੋ, ਸਾਰੀਆਂ ਮੇਰੀਆਂ ਨਾ ਰੱਖੋ। ਹਾਂਜੀ, ਪ੍ਰਭ ਸਿਮਰਤ ਕਛ ਵਿਗਨ ਨਾ ਲਾਗੇ। ਹੁਣ ਇੱਥੇ ਸਿਮਰਤ ਦਾ ਮਤਲਬ ਹੈ ਯਾਦ ਕੀਤੇ ਆ, ਉੱਤੇ ਅਸੀਂ ਯਾਦ ਕਰਨ ਨਾਲ ਇਹ ਹੈ ਪ੍ਰਭੂ ਨੂੰ ਯਾਦ ਕੀਤਿਆਂ ਕੋਈ ਵਿਘਨ ਲੱਗਦਾ ਹੀ ਨਹੀਂ। ਪ੍ਰਭ ਕਹਿ ਸਿਮਰਨ ਅਨ ਦਿਨ ਜਾਗੈ। ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਜਿਹੜਾ ਕਰਨ ਵਾਲਾ ਹੈ ਉਹ ਅਨ ਦਿਨ ਜਾਗੈ। ਅਨ ਦਿਨ ਦਾ ਮਤਲਬ ਹੈ ਹਮੇਸ਼ਾ, ਹਰ ਵੇਲੇ, ਹਰ ਵੇਲੇ ਜਾਗਦਾ ਰਹਿੰਦਾ, ਹੋਸ਼ ਵਿੱਚ ਰਹਿੰਦਾ, ਕਦੇ ਗਾਫਲ ਨਹੀਂ ਹੁੰਦਾ। ਅਸੀਂ ਗਾਫਲ ਹੋ ਜਾਂਦੇ, ਪਰ ਜਿਹੜਾ ਸਿਮਰਨ ਕਰਨ ਵਾਲਾ ਹੈ ਉਹ ਸਦਾ ਜਾਗਦਾ, ਹੋਸ਼ ਵਿੱਚ ਰਹਿੰਦਾ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ। ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਉਹਨੂੰ ਕੋਈ ਡਰ ਨਹੀਂ ਪਿਆ, ਕਿਉਂਕਿ ਪਰਮਾਤਮਾ ਨਿਰਭਉ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਜਿਸ ਦਾ ਸਿਮਰਨ ਕਰੋ ਜੈਸਾ ਸੇਵੈ ਤੈਸਾ ਹੋਏ। ਜੇ ਪ੍ਰਭੂ ਦਾ ਸਿਮਰਨ ਕਰੋਗੇ ਪ੍ਰਭੂ ਵਾਲੇ ਗੁਣ ਤੁਹਾਡੇ ਵਿੱਚ ਆ ਜਾਣ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੈ ਜਾਂ ਐਸੇ। ਤੋ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ। ਇਹ ਧਿਆਨ ਰੱਖਣਾ ਕਿ ਇੱਕ ਲਾਂ ਤੇ ਦੋ ਲਾਂ, ਇਹਦੀ ਬੜੀ ਮੁਸ਼ਕਲ ਹੈ। ਇਹ ਜਦ ਤੱਕ ਤੁਸੀਂ ਧਿਆਨ ਨਾਲ ਨਹੀਂ ਪੜ੍ਹੋਗੇ, ਇਹ ਗਲਤੀ ਮੈਂ ਨਹੀਂ ਸਵਾਰ ਸਕਦਾ। ਮੈਂ ਸਮਝਾ ਸਕਦਾ, ਦੱਸ ਸਕਦਾ ਕਿ ਇੱਥੇ ਦੋ ਲਾਵਾਂ ਨੇ, ਇਹਦਾ ਉਚਾਰਨ ਇਉਂ ਕਰੋ, ਪਰ ਕਰਨਾ ਤੁਹਾਨੂੰ ਪਵੇਗਾ। ਤੋ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਇਹ ਗੱਲਾਂ ਬੜੀਆਂ ਡੂੰਘੀਆਂ ਨੇ। ਇਹ ਨਹੀਂ ਆਖਿਆ ਕਿ ਤੁਹਾਨੂੰ ਦੁੱਖ ਆਵੇਗਾ ਨਹੀਂ। ਇਹ ਦੁੱਖ ਸੁੱਖ ਤੇ ਸਾਡੇ ਕਰਮਾਂ ਦੇ ਨੇ, ਇਹ ਤੇ ਆਉਣਗੇ। ਪਰ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਉਹ ਦੁੱਖ ਦੇ ਨਾਲ ਸੰਤਪਤ ਨਹੀਂ ਹੁੰਦਾ। ਉਹ ਆਂਦਾ ਹੈ, ਦੱਦਾ ਦੋਸ਼ ਨ ਦੇਉ ਕਿਸੈ, ਦੋਸ਼ ਕਰਮਾ ਆਪਣੇ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਤੀਜੈ। ਗੱਲ ਉਹੀ ਹੁੰਦੀ ਹੈ। ਆਮ ਬੰਦੇ ਮਾੜੀ ਜਿਹੀ ਤਕਲੀਫ, ਉਹ ਰੱਬਾ ਇਹ ਕੀ ਕੀਤਾ ਹੀ, ਰੱਬ ਦਾ ਇਹ ਹੋ ਜਾਏ ਉਹ ਹੋ ਜਾਏ। ਕੀਤਾ ਆਪ ਹੁੰਦਾ ਹੈ। ਬਾਣੀ ਤੇ ਕਹਿੰਦੀ ਜੇ ਆ ਬੀਜੇ ਸੋ ਲੁਣੇ, ਕਰਮਾ ਸਦਣਾ ਕੀ। ਤੂੰ ਮਤਲਬ ਕਹਿਣ ਤੋਂ ਬਈ ਇਹਨੂੰ ਠੀਕ ਕਰੋ, ਨਹੀਂ ਤਾਂ ਇਹਨੂੰ ਬੰਦ ਕਰ ਦੋ, ਮੇਰੇ ਵਾਸਤੇ ਰੋਕ ਨਹੀਂ ਹੈ। ਇਹ ਬੰਦ ਹੈ, ਉੱਦਾਂ ਹੀ ਨਹੀਂ ਮੈਂ ਕੀ ਕਰਦਾ।
ਹਾਂਜੀ। तो मैं बेनती कर रहा सी, प्रभ के सिमरन दुख ना संतापै। संतापै का मतलब होंदा संतप्त करना, दुखी करना। जिहड़ा वाहिगुरू का सिमरन करन वाला है वो तत्ती तवी ते भी बह के कहता तेरा की हाल आ गल, ये अवस्था है। वो आरे नाल गिर के भी दुख नहीं मनता। दुख तो है, ये किमें हो सकता है? सानू सूई माड़ा जा कड्डा चुभ जाए तो असीं हाय हाय कर, पर वो दुख नहीं मनता। जो नर दुख में दुख नहीं, उसकी ये अवस्था बन। तो प्रभ का सिमरन साध कैसा। मैं रात भी बेनती की सी भी जे पढ़ाई करनी हो तो स्कूल जाना पवे। कोई आखे मैं घर ही बैठा पढ़ जाऊँ, नहीं। ये जिहड़ी गुरु की संगत है ना, ये सानू प्रभु के गुणों का पता लगता। जदों किसी चीज़ के गुणों का पता लग जाए फिर असीं उसकी कदर करते। जब तक सानू उसके गुणों का पता नहीं लगता साढ़े वास्ते मिट्टी। आम व्यक्ति संगत में आके बैठता है, पर जदों संगत में स्टेज वालों ये जानकारी दी जाती कि साढ़े विच फलाने सज्जन आए, बस इन्ना पता लगदियां सार मन की भावना बदल जाती। तो गुरु की संगत विच आउण करके प्रभु के सिमरन करन की प्रेरणा जाच होती। सर्ब निधान नानक हर, नानक जी फरमाते हरि के रंग विच रंगीच के सर्ब निधान, सारे खजाने सारिया बरकतां। पढ़ो अगे चल के आएगा कि प्रभु के सिमरन करने नाल की कुछ मिलता। ध्यान दिओ, प्रभ कै सिमरन रिद सिद्ध नौ नित, प्रभ कै सिमरन ज्ञान ध्यान तत्बुत, प्रभ कै सिमरन जप तब पूजा, प्रभ कै सिमरन बिन सै दूजा, प्रभ कै सिमरन तीरथ इशनानी, प्रभ कै सिमरन दरगाह मानी, प्रभ कै सिमरन होए सो भला, प्रभ कै सिमरन सुफल फला, से सिमरै जिन आप सिमराए, नानक ताकै लागू पाए। हुण पातशाह बरकतां दस रहे प्रभ के सिमरन। हुण ये तो तुहानूं पता लग गया भी सिमरन के नन्ने नूं सियारी लगण नाल ਇਹਦਾ अर्थ है सिमरन करन करके, प्रभु का सिमरन करन करके रिद्धियां सिद्धियां ते नौ निधि एक ही हैं। योगी लोग कई तरह के यत्न करके रिद्धियां प्राप्त कर, ये 9 निधां ते 18 सिद्धां कही जाती। साडा गिणती करने का मतलब नहीं। बाणी का यह सिद्धांत है कि नव निधि 18 सिद्धि पिछे लगियां फिरें जो हर हृदय सदा हसाए। भाव परमात्मा के नाम के सब अधीन है। जिथे परमात्मा का नाम वसेगा उत्थे रिद्धियां सिद्धियां नौ निधियां आपेगा। मैं कई बारी वेखता आकार सेवा वाले महापुरुष ने, चलो मैं किसी की वडियाई निंदा नहीं कर,
ਉਹ ਨਾ ਕੋਈ ਕਾਪੀ ਰੱਖਦੇ ਨੇ, ਨਾ ਰਸੀਦ ਬੁੱਕ ਰੱਖਦੇ ਨੇ। ਸੰਗਤਾਂ ਦੇਈ ਜਾਂਦੀਆਂ ਨੇ, ਪਾਈ ਜਾਂਦੇ ਨੇ, ਖਰਚੀ ਜਾਂਦੇ ਨੇ, ਪਾਈ ਜਾਂਦੇ ਨੇ, ਕਦੇ ਕੋਈ ਕਮੀ ਨਹੀਂ ਹੁੰਦੀ। ਤੋ ਮੇਰਾ ਕਹਿਣ ਦਾ ਮਤਲਬ ਇਹ ਬਖਸ਼ਿਸ਼ ਸਾਡੇ ਤੇ ਵੀ ਹੋ ਸਕਦੀ ਜੇ ਧਰਮ ਦੀ ਕਿਰਤ ਕਰੀਏ, ਉਹਦੇ ਵਿੱਚੋਂ ਦਸਵੰਧ ਕੱਢੀਏ, ਵੇਖੋ ਫਿਰ ਕਿੰਨੀਆਂ ਬਰਕਤਾਂ। ਤੋ ਮਹਾਰਾਜ ਕਹਿੰਦੇ ਨੇ ਪ੍ਰਭ ਕੈ ਸਿਮਰਨ ਰਿੱਧ ਸਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ। ਗਿਆਨ ਦਾ ਮਤਲਬ ਹੁੰਦਾ ਹੈ ਨੌਲੇਜ ਹੋ ਜਾਣੀ। ਧਿਆਨ ਦਾ ਮਤਲਬ ਹੈ ਹਰ ਵੇਲੇ ਪਰਮਾਤਮਾ ਵਿੱਚ ਬਿਰਤੀ ਲੱਗਣੀ। ਤਤ ਬੁੱਧ, ਬੁੱਧੀ ਸਾਡੇ ਸਾਰਿਆਂ ਕੋਲ ਹੈ, ਪਰ ਜਿਹੜਾ ਤੱਤਵ ਦਾ ਅਸਲੀਅਤ ਦਾ ਗਿਆਨ ਹੈ ਨਾ, ਉਹ ਨਹੀਂ ਹੈ। ਉਹ ਸਿਮਰਨ ਕਰਨ ਕਰਕੇ ਆਇਆ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਇਹ ਸਾਰੇ ਧਰਮ ਦੇ ਕਰਮ ਨੇ। ਜਪ ਕਰਨਾ, ਤਪ ਕਰਨਾ, ਪੂਜਾ ਕਰਨਾ। ਜਿਹੜਾ ਪ੍ਰਭੂ ਦਾ ਸਿਮਰਨ ਕਰੇਗਾ, ਉਹਦਾ ਜਪ ਵੀ ਹੋ ਗਿਆ, ਤਪ ਵੀ ਹੋ ਗਿਆ, ਪੂਜਾ ਸਭ ਕੁਝ। ਉਹਨੂੰ ਵੱਖਰਾ ਕੋਈ ਜਪ ਕਰਨ ਦੀ ਲੋੜ ਨਹੀਂ, ਉਹਨੂੰ ਵੱਖਰਾ ਕੋਈ ਤਪ ਕਰਨ ਦੀ ਲੋੜ ਨਹੀਂ, ਉਹਨੂੰ ਵੱਖਰੀ ਕੋਈ ਪੂਜਾ ਕਰਨ ਦੀ ਲੋੜ ਨਹੀਂ। ਸਿਮਰਨ ਵਿੱਚ ਹੀ ਸਭ ਕੁਝ ਹੈ। ਔਰ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ। ਹੁਣ ਦੂਜਾ ਕੀ ਹੈ? ਇਹ ਨਹੀਂ ਵੀ ਦੂਜਾ ਕੋ ਮਰ ਜਾਏਗਾ, ਨਹੀਂ ਨਹੀਂ। ਉਹਨਾਂ ਦੇ ਅੰਦਰੋਂ ਦਵੈਸ਼ ਭਾਵ ਖਤਮ ਹੋ ਜਾਏ, ਮਾਇਆ ਦਾ ਜਿਹੜਾ ਮੋਹ ਪਕੜਾ ਖਤਮ ਹੋ ਜਾਏ। ਦੂਜੇ ਦਾ ਮਤਲਬ ਹੈ ਦਵੈਤ ਭਾਵ। ਦਵੈਤ ਭਾਵ ਕੀ ਹੈ? ਇਹ ਤਾਂ ਸਾਡਾ ਆਪਣਾ ਹੋਇਆ ਤੇ ਇਹ ਉਪਰਾ ਪਗਾਨਾ। ਜਿਹੜਾ ਵਾਹਿਗੁਰੂ ਦਾ ਸਿਮਰਨ ਕਰੇਗਾ, ਉਹਨੂੰ ਫਿਰ ਸਾਰੇ ਆਪਣੇ ਨਜ਼ਰ ਆ। ਸਿਮਰਨ ਕਰਨ ਦੀ ਬਰਕਤ ਦੇ ਨਾਲ ਉਹਨਾਂ ਦੇ ਅੰਦਰੋਂ ਦਵੈਸ਼ ਭਾਵ ਖਤਮ ਹੁੰਦਾ। ਇਹ ਠੀਕ ਹੈ ਕਿ ਜਦੋਂ ਅਸੀਂ ਸੁਣਾਂਗੇ ਸਾਨੂੰ ਇਹ ਗੱਲਾਂ ਉਪਰੀਆਂ ਲੱਗਣਗੀਆਂ, ਕਿਉਂਕਿ ਅਸੀਂ ਆਦੀ ਆਪਣੇ ਬਗਾਨੇ ਵਿੱਚ ਫਸੇ ਹੋਏ। ਪਰ ਜਿਸ ਦਿਨ ਸਿਮਰਨ ਦੀ ਰੰਗਤ ਚੜ੍ਹ ਗਈ, ਯਾਰ ਤੁਸੀਂ ਅੱਗੇ ਬਹਿ ਕੇ ਕੀ ਕਰ ਰਹੇ ਹੋ? ਉਹ ਗਿਆਨ ਘੋਟਣਾ ਬਾਹਰ ਜਾ ਕੇ ਘੋਟੋ, ਮੇਰਾ ਵੀ ਧਿਆਨ ਨਹੀਂ ਜੁੜਨ ਦਿੰਦਾ। ਬੜੇ ਅਫਸੋਸ ਦੀ ਬਾਤ। ਮੈਂ ਇੱਕ ਬੜੀ ਡੂੰਘੀ ਗੱਲ ਸਮਝਾ ਰਿਹਾ ਬਈ ਇਹ ਦਵੈਸ਼ ਭਾਵ ਜਿਹੜਾ ਹੈ, ਇਹ ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਆਪੇ ਖਤਮ। ਜਿਵੇਂ ਕਿਸੇ ਦਵਾਈ ਨੂੰ ਵਰਤਣ ਦੇ ਨਾਲ ਰੋਗ ਖਤਮ ਹੋ ਜਾਂਦਾ, ਇਸੇ ਤਰ੍ਹਾਂ ਵਾਹਿਗੁਰੂ ਦਾ ਸਿਮਰਨ ਇਸ ਦਵੈਤ ਰੂਪੀ ਬਿਮਾਰੀ ਨੂੰ ਦੂਰ ਕਰਨ ਦਾ ਇੱਕ ਸਾਧਨ। ਜੂ ਇਹਨੂੰ ਖੋਲਾਂਗੇ ਟਾਈਮ ਤੇ ਲੱਗੇ, ਪਰ ਮੈਂ ਸਿਰਫ ਤੁਹਾਨੂੰ ਉਚਾਰਨ ਤੇ ਥੋੜੇ ਥੋੜੇ ਅਰਥ ਕਰਕੇ ਦੱਸਣੇ ਹੀ ਕਾਫੀ ਸਮੇਂ। ਪ੍ਰਭ ਕੈ ਸਿਮਰਨ ਬਿਨ ਸਹਿ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨ। ਲੋਕ ਤੀਰਥਾਂ ਤੇ ਜਾਂਦੇ, 18 ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਸਿਮਰਨ ਕਰਨ ਦੇ ਨਾਲ ਸਾਰੇ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ। ਪੜੋ ਕਦੇ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਤਾ। ਜਨਮ ਕਰਮ ਮਲ ਉਤਰੈ ਮਨ ਤੇ ਜਾਏ, ਕਾਮ ਕ੍ਰੋਧ ਨ ਮੋਹੀਐ ਬਿਨ ਸਹਿ ਲੋਭ ਸੁਆਦ। ਸੱਚੇ ਮਾਰਗ ਚਲਦਿਆਂ ਇਹ ਠੀਕ ਹੈ ਕਿ ਜੇ ਮੈਂ ਕਥਾ ਕਰਾਂ ਤੇ ਇੱਕੋ ਪਦੇ ਦੀ ਕਥਾ 1 ਘੰਟੇ 'ਚ ਕਰਾਂ, ਪਰ ਉਹਦੇ ਲਈ ਫਿਰ ਮੈਨੂੰ ਪ੍ਰਮਾਣ ਦੇਣੇ ਪੈਣਗੇ।
ਉਹਦੇ ਲਈ ਸਮਾਂ ਚਾਹੀਦਾ। ਅਸੀਂ ਇਹ ਵੀ ਚਾਹੁੰਦੇ ਹਾਂ ਵੀ ਪੌਣੇ 9 ਭੋਗ ਵੀ ਪੈ ਜਾਏ ਤੇ ਅਸ਼ਟਪਦੀ ਵੀ ਪੂਰੀ ਹੋ ਜਾਏ, ਸਾਰੇ ਕੰਮ ਨਹੀਂ ਹੋ ਸਕਦੇ। ਫਿਰ ਧਿਆਨ ਦਿਓ। ਤੋ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਜਿਹੜਾ ਵਾਹਿਗੁਰੂ ਦਾ ਸਿਮਰਨ ਕਰੇਗਾ ਉਹ ਤੀਰਥਾਂ ਦਾ ਇਸ਼ਨਾਨੀ ਵੀ ਹੋ ਜਾਏ। ਭਾਵ ਉਹਨੂੰ ਤੀਰਥ ਇਸ਼ਨਾਨ ਦਾ ਮਹਾਤਮ ਫਲ ਵੀ ਮਿਲਦਾ। ਪ੍ਰਭ ਕੈ ਸਿਮਰਨ ਦਰਗਾਹ ਮਾਨੀ। ਹੁਣ ਮਾਨੀ ਅੱਖਰ ਕਈ ਰੂਪਾਂ ਵਿੱਚ ਆਉਂਦਾ। ਮਾਨੀ ਅਭਿਮਾਨੀ ਨੂੰ ਵੀ ਕਹਿੰਦੇ ਨੇ, ਪਰ ਇੱਥੇ ਮਾਨੀ ਦਾ ਮਤਲਬ ਉਹਨੂੰ ਦਰਗਾਹ ਵਿੱਚ ਵੀ ਮਾਣ ਮਿਲੇ। ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਪਰਮਾਤਮਾ ਦੀ ਦਰਗਾਹ ਵਿੱਚ ਵੀ ਮਾਨ ਮਿਲੇ, ਆਦਰ ਮਿਲੇ। ਪ੍ਰਭ ਕੈ ਸਿਮਰਨ ਹੋਏ ਸੋ ਭਲ। ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਇੱਕ ਐਸੀ ਅਵਸਥਾ ਬਣ ਜਾਏਗੀ ਕਿ ਹੋਏ ਸੋ ਭਲ। ਜੋ ਵਾਹਿਗੁਰੂ ਕਰਦਾ ਉਹ ਠੀਕ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਜੋ ਤਿਸ ਭਾਵੈ ਨਾਨਕਾ। ਰੋਜ਼ ਪੜ੍ਹਦੇ ਹਾਂ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ। ਪਰ ਜਦੋਂ ਮੰਨਣ ਦਾ ਟਾਈਮ ਆਉਂਦਾ ਉਦੋਂ ਢੋਲ ਜਾਂਦੇ। ਤਾਂ ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਸਿਮਰਨ ਕਰਨ ਵਾਲਾ ਹੈ ਉਹਦੀ ਇਹ ਅਵਸਥਾ ਬਣ ਜਾਏਗੀ ਕਿ ਹੋਏ ਸੋ ਭਲਾ। ਜੋ ਵਾਹਿਗੁਰੂ ਨੂੰ ਚੰਗਾ ਲੱਗਦਾ ਉਹੀ ਭਲਾ। ਪ੍ਰਭ ਕੈ ਸਿਮਰਨ ਸੁਫਲ ਫਲਾ। ਸੁਫਲ ਫਲਾਂ ਨੂੰ ਸਮਝਣ ਵਾਸਤੇ ਜਿਵੇਂ ਤੁਸੀਂ ਕੋਈ ਫਲਦਾਰ ਦਰਖਤ ਲਾਉਂਦੇ ਹੋ, ਕਿਉਂ ਲਾਉਂਦੇ ਹੋ? ਇਹਨੂੰ ਫਲ ਲੱਗਣਗੇ। ਤੇ ਜੇ ਉਹਨੂੰ ਫਲ ਨਾ ਲੱਗਣ ਫਿਰ ਕਹੋਗੇ ਜੀ ਇਹ ਅਫਲ ਹੈ। ਇਸ ਮਨੁੱਖਾ ਜੀਵਨ ਦਾ ਕੋਈ ਮਕਸਦ ਹੈ, ਉਹ ਹੈ ਸ਼ੁਭ ਗੁਣਾਂ ਦਾ ਫਲ ਲੱਗਣਾ, ਦੈਵੀ ਗੁਣਾਂ ਦਾ ਫਲ ਲੱਗਣਾ। ਨਿਮਰਤਾ ਆ ਜਾਏ, ਮਿੱਠਾ ਬੋਲਣ ਲੱਗ ਪਵੇ, ਕਿਸੇ ਦਾ ਬੁਰਾ ਨਾ ਚਿਤਵੇ, ਇਹ ਸਾਰੇ ਫਲ ਹੈ। ਪ੍ਰਭ ਕੈ ਸਿਮਰਨ ਸੁਫਲ। ਇਹਨਾਂ ਸ਼ੁਭ ਗੁਣਾਂ ਦੇ ਫਲ ਨਾਲ ਉਹ ਫਲ ਜਾਂਦਾ, ਸੁਫਲ ਹੋ ਜਾਂਦਾ। ਸੇ ਸਿਮਰੈ, ਹੁਣ ਇਹ ਬਹੁਵਚਨ ਹੈ, ਇਹਨੂੰ ਸਿਮਰੈ ਨਹੀਂ ਕਹਿਣਾ। ਇਹਦੇ ਸਪੈਲਿੰਗ ਧਿਆਨ ਰੱਖੋ। ਸੱਸੇ ਨੂੰ ਸਿੱਸਿਆ ਦੀ, ਮੰਮਾ ਰਾਧਾ ਹਾਏ ਨੂੰ ਮਿਸਿਆ। ਜੇ ਇੱਕ ਦੀ ਗੱਲ ਹੋਵੇਗੀ ਤੇ ਸਿਮਰੈ, ਰਾਰੇ ਨੂੰ ਦੋ ਲਾਵਾਂ ਹੋ। ਇਹ ਹੈ ਸੇ ਸਿਮਰੈ, ਉਹ ਸਿਮਰਦੇ ਹਨ ਜਿਨ ਆਪ। ਥੋੜ੍ਹੇ ਜਿਹੇ ਧਿਆਨ ਦੇਣ ਨਾਲ ਫਿਰ ਤੁਹਾਨੂੰ ਪਾਠ ਕਰਨ ਦਾ ਆਨੰਦ ਆਉਣਾ ਸ਼ੁਰੂ ਹੋ ਜਾਏ। ਤੁਸੀਂ ਆਖੋਗੇ ਵੀ ਸਾਰੇ ਸੁਖਮਨੀ ਸਾਹਿਬ ਪੜ੍ਹਨ ਨਾਲੋਂ ਇੱਕ ਅਸ਼ਟਪਦੀ ਧਿਆਨ ਨਾਲ ਪੜ੍ਹ ਲਈਏ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਇਹ ਸਿਮਰਨ ਦੀ ਗੱਲ ਤੇ ਕਰ ਲਈ, ਸਿਮਰਨ ਦੀ ਗੱਲ ਸੁਣ ਲਈ, ਪਰ ਸੇ ਸਿਮਰੈ ਜਿਨ ਆਪ। ਸਿਮਰਾਏ ਨਹੀਂ ਸਿਮਰਾਏ, ਉਹ ਸਿਮਰਨ ਕਰਨਗੇ ਜਿਨ੍ਹਾਂ ਤੇ ਉਹ ਆਪ ਕਿਰਪਾ ਕਰਕੇ ਸਿਮਰਾਏ। ਨਾਨਕ ਤਾਕੈ ਲਾਗੋਂ ਪਾਏ। ਨਾਨਕ ਜੀ ਫਰਮਾਉਂਦੇ ਨੇ ਮੈਂ ਫਿਰ ਉਹਨਾਂ ਦੇ ਚਰਨੀ ਲੱਗਾ। ਜੇ ਪਾਏ ਪੜੋਗੇ ਅਰਥ ਉਹਦੇ ਵੀ ਪਾਏ ਕਰ ਲੈਂਦੇ ਨੇ, ਪਰ ਜੇ ਇਹਨੂੰ ਪਾਏ ਪੜ੍ਹ ਲਿਆ ਜਾਏ ਤੇ ਕੋਈ ਪਾਪ ਨਹੀਂ। ਨਾਨਕ ਤਾਕੈ ਲਾਗੋਂ, ਨਾਨਕ ਜੀ ਫਰਮਾਉਂਦੇ ਨੇ ਮੈਂ ਉਹਨਾਂ ਦੇ ਚਰਨੀ ਲੱਗਣਾ। ਜਿਹੜੇ ਭਾਗਾਂ ਵਾਲਿਆਂ ਨੂੰ ਪਰਮਾਤਮਾ ਨੇ ਆਪਣੇ ਸਿਮਰਨ ਵਿੱਚ ਲਾਇਆ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ
प्रभ कै सिमरन तृष्णा बुझै, प्रभ कै सिमरन सब किछ सुझै, प्रभ कै सिमरन नाहि जम त्रासा, प्रभ कै सिमरन पूरन आशा, प्रभ कै सिमरन मन की मर जाए, अमृत नाम हृदय समाए, प्रभ जी बसै साध की रसना, नानक जन का दासन दसना। ਹੁਣ ਦੇਖੋ ਪਹਿਲੀ ਪੰਕਤੀ ਹੈ ਸਿਮਰਨ। ਇੱਥੇ ਸਿਮਰਨ ਦੇ ਨੰਨੇ ਨੂੰ ਔਂਕੜ ਹੈ। ਇਹ ਸਿਮਰਨ ਨਾਉਨ ਹੈ, ਪੁਲਿੰਗ ਹੈ, ਇੱਕ ਵਚਨ। ਪ੍ਰਭ ਕਾ ਸਿਮਰਨ, ਜਿਹੜਾ ਵਾਹਿਗੁਰੂ ਦਾ ਸਿਮਰਨ ਹੈ ਇਹ ਸਾਰੇ ਕਰਮ ਕਾਂਡਾਂ ਤੋਂ ਉੱਚਾ ਹੈ, ਬਾਕੀ ਸਭ ਥੱਲੇ। ਹੁਣ ਇਹਨੂੰ ਸਮਝਣ ਵਾਸਤੇ ਮੈਂ ਜੋ ਗੁਰਬਾਣੀ ਵਿੱਚੋਂ ਸਮਝਿਆ, ਬਈ ਤੁਸੀਂ ਇੱਕ ਸਲੇਟ ਦੇ ਉੱਤੇ ਸਲੇਟੀ ਦੇ ਨਾਲ ਸਿਫਰ ਦੇ ਨਿਸ਼ਾਨ ਪਾਓ। 1 2 3 4 5 6 ਜਿੰਨੇ ਮਰਜ਼ੀ ਪਾ ਦਿਓ। ਕਿਸੇ ਪੜ੍ਹੇ ਜਾਂ ਅਨਪੜ੍ਹੇ ਨੂੰ ਪੁੱਛੋ ਕਿਉਂ ਜੀ ਇਹ ਕੀ ਲਿਖਿਆ, ਉਹ ਕੀ ਕਹੇਗਾ? ਸਿਫਰ ਲਿਖਿਆ ਹੈ। ਕੋਈ ਗਿਣਤੀ ਬਿਣਤੀ ਉਹਦੀ ਵੈਲਿਊ, ਪਰ ਜੇ ਉਹਦੇ ਖੱਬੇ ਪਾਸੇ ਏਕਾ ਲਾ ਦਿਓ, ਫਿਰ ਪੁੱਛੋ ਹੁਣ ਕੀ ਲਿਖਿਆ। ਹਰ ਸਿਫਰੇ ਦੀ ਏਕਾ ਲੱਗਣ ਦੇ ਨਾਲ 10 ਗੁਣਾ ਕੀਮਤ ਹੋਵੇ, ਇੰਨੀ ਕਰ। ਹੁਣ ਇੱਕ ਦੀ ਕੀਮਤ ਹੈ ਕਿ ਜ਼ੀਰੋ ਦੀ ਕੀਮਤ? ਆ ਜਿੰਨੇ ਕਰਮ ਧਰਮ ਨੇ ਇਹ ਸਭ ਜ਼ੀਰੋ ਨੇ। ਇੱਕ ਦਾ ਸਿਮਰਨ ਸਭ ਤੋਂ ਉੱਚਾ, ਪ੍ਰਭ ਕਾ ਸਿਮਰਨ। ਪ੍ਰਭ ਕੈ ਸਿਮਰਨ ਉਦਰੇ ਉੱਚਾ। ਹੁਣ ਇੱਥੇ ਸਿਮਰਨ ਦੇ ਨੰਨੇ ਨੂੰ ਤਿਆਰੀ ਹੈ। ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਉਦਰੇ ਤਰ ਗਏ, ਮੂਚਾ ਬੇਅੰਤ, ਗਿਣਤੀ ਨਹੀਂ ਕੀਤੀ ਜਾ ਸਕਦੀ। ਜਿਤਨੇ ਸਿਮਰਨ ਕਰਕੇ ਤਰੇ ਨੇ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਸਮਾਨ ਦੇ ਤਾਰੇ ਤੇ ਕੋਈ ਗਿਣ ਲਵੇ, ਪਰ ਪ੍ਰਭੂ ਦੇ ਤਾਰੇ ਨਹੀਂ ਕੋਈ ਗਿਣ ਸਕਦਾ। ਮੂਚਾ ਦਾ ਮਤਲਬ ਬਹੁਤ, ਅਣਗਿਣ ਤਰ ਗਏ। ਹੁਣ ਪਾਤਸ਼ਾਹ ਕਹਿੰਦੇ ਨੇ ਆਓ ਮੈਂ ਦੱਸਾਂ ਪ੍ਰਭੂ ਦੇ ਸਿਮਰਨ ਦੀਆਂ ਬਰਕਤਾਂ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਤ੍ਰਿਸ਼ਨਾ ਤੇ ਤੁਸੀਂ ਸਮਝਦੇ ਹੋ, ਅਸਲ ਅਰਥ ਹੈ ਪਿਆਸ। ਪਦਾਰਥਾਂ ਦੇ ਇਕੱਠੇ ਕਰਨ ਦੀ ਜਿਹੜੀ ਪਿਆਸ ਹੈ ਇਹਨੂੰ ਤ੍ਰਿਸ਼ਨਾ ਕਹਿੰਦੇ। ਇਹ ਕਿਸੇ ਦੀ ਬੁਝਦੀ ਨਹੀਂ। ਤ੍ਰਿਸ਼ਨਾ ਬਿਰਲੇ ਹੀ ਕੀ ਕੋਟ ਜੋਰੇ, ਲਾਗ ਕਰੋਰੇ, ਮਨ ਨਾ ਹੋ ਰੇ ਪਰੇ ਪਰੇ। ਪਰ ਜਿਹੜਾ ਸਿਮਰਨ ਕਰਨ ਲੱਗ ਪਵੇ ਉਹ ਆਂਦਾ ਜੋ ਵਾਹਿਗੁਰੂ ਨੇ ਦਿੱਤਾ ਹੈ ਆਨੰਦ ਹੈ, ਸੰਤੁਸ਼ਟ ਹੈ। ਬਸ ਆਹ ਸਿਮਰਨ ਦੀ ਬਰਕਤ। ਅੱਗ ਦੇ ਉੱਤੇ ਲੱਕੜਾਂ ਪਾਈ ਜਾਓ ਤੇ ਕਦੇ ਨਹੀਂ ਅੱਗ ਬੁਝੇ। ਜਿੰਨੀ ਲੱਕੜਾਂ ਜ਼ਿਆਦਾ ਪਾਓਗੇ ਉਨੀ ਹੋਰ ਪਾਈ ਜਾਓ। ਅੱਗ ਨਹੀਂ ਕਹਿੰਦੀ ਕਿ ਮੈਂ ਹੋਰ ਲੱਕੜਾਂ ਨਹੀਂ ਫੂਕਦੀ, ਪਰ ਤ੍ਰਿਸ਼ਨਾ ਬੁਝੈ ਹਰ ਕੇ ਨਾਮ। ਜੇ ਉਹ ਤੇ ਪਾਣੀ ਦੀ ਬਾਲਟੀ ਪਾ ਦਿਓ ਤੇ ਉਹਨੇ ਬੁਝ ਜਾਣਾ। ਇਹ ਪਰਮਾਤਮਾ ਦਾ ਸਿਮਰਨ ਜਿਹੜਾ ਹੈ ਇਹ ਉਹਨੂੰ ਬੁਝਾ ਸਕਦਾ। ਤੋ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਇੱਕ ਇੱਕ ਪੰਗਤੀ ਨੂੰ ਖੋਲ੍ਹਣ ਲਈ ਬੜੀ ਡੂੰਘਾਈ ਤੇ ਜਾ। ਸਭ ਕੁਝ ਸੁਝੈ ਦਾ ਕੀ ਮਤਲਬ?
ਭੂਤ ਭਵਿੱਖਤ ਵਰਤਮਾਨ ਦਾ ਪਤਾ ਲੱਗ। ਕਿਉਂ ਪਤਾ ਲੱਗ ਜਾਂਦਾ? ਕਿਉਂਕਿ ਸਿਮਰਨ ਕਰਨ ਵਾਲੇ ਦਾ ਹਿਰਦਾ ਰੂਪੀ ਸ਼ੀਸ਼ਾ ਜਿਹੜਾ ਹੈ ਉਹ ਸਾਫ਼ ਹੋ ਜਾਂਦਾ। ਦੇਖੋ ਤੁਹਾਡੇ ਘਰ ਸ਼ੀਸ਼ਾ ਲੱਗਾ, ਜੇ ਉਹਦੇ 'ਤੇ ਕਦੇ ਤੁਸੀਂ ਕੱਪੜਾ ਨਾ ਮਾਰੋ, ਸਾਫ਼ ਨਾ ਕਰੋ, ਧੂੜ ਮਿੱਟੀ ਪੈ ਜਾਏ, ਤੁਸੀਂ ਆਪਣੀ ਸ਼ਕਲ ਵੇਖਣੀ ਚਾਹੋ ਤੁਹਾਨੂੰ ਨਹੀਂ ਨਜ਼ਰ ਆਏ। ਕਿਉਂ? ਮੈਲਾ ਹੋ ਗਿਆ। ਮੈਨੂੰ ਇੱਕ ਘਟਨਾ ਯਾਦ ਹੈ। ਇੱਕ ਮਹਾਤਮਾ ਸਨ, ਸੰਤ ਨਿੱਕਾ ਸਿੰਘ, ਕਰਨਾਲ ਉਹਨਾਂ ਦਾ ਸਥਾਨ ਸੀ, ਹੈਗੇ ਵਿਚਰਦੇ ਸਨ। ਜਿਸ ਪੱਧਰ ਦੇ ਸਾਡੇ ਸੰਤ ਮਹਾਰਾਜ ਬਾਬਾ ਦਲੇਰ ਸਿੰਘ ਸੰਤ, ਬਿਲਕੁਲ ਸੇਮ। ਮੇਰਾ ਇਹਨਾਂ ਨਾਲ ਵੀ ਬੜਾ ਪ੍ਰੇਮ ਸੀ ਅਤੇ ਉਹਨਾਂ ਨਾਲ ਬੜਾ ਪ੍ਰੇਮ, ਅਤੇ ਅਸੀਂ ਉਹਨਾਂ ਦੇ ਦਰਸ਼ਨ ਕਰਨ ਗਏ। ਚਲੋ ਲੰਬੀ ਗਾਥਾ ਨਾ ਕਰੀਏ, ਅਸੀਂ ਤਾਂ ਆਪਣਾ ਟਾਈਮ ਸਿਰ ਛੁੱਟੀ ਲੈ ਕੇ ਤੇ ਸਟੇਸ਼ਨ 'ਤੇ ਪਹੁੰਚ ਗਏ। ਤਰੌੜੀ ਸਟੇਸ਼ਨ 'ਤੇ ਗੱਡੀ ਚੱਲੀ। ਉਹ ਪਿੱਛੋਂ ਆਏ, ਉਹਨਾਂ ਨੇ ਕਰਨਾਲ ਜਾਣਾ ਸੀ, ਅਸੀਂ ਸ਼ਾਹਬਾਦ ਆਉਣਾ ਸੀ। ਤੋ ਅਸੀਂ ਉਹਨਾਂ ਲਈ ਚਾਦਰਾ ਵਿਛਾ ਦਿੱਤਾ ਤੇ ਮਹਾਤਮਾ ਬੈਠਣਗੇ। ਮੇਰੇ ਦੋ ਬਜ਼ੁਰਗ ਸਾਥੀ ਕਹਿਣ ਲੱਗੇ, ਗਿਆਨੀ ਜੀ ਬੇਨਤੀ ਕਰੋ ਸੰਤਾਂ ਨੂੰ ਵੀ ਕਦੇ ਸ਼ਾਹਬਾਦ ਵੀ ਆਉਣ। ਮੈਂ ਬੇਨਤੀ ਕਰਤੀ। ਕਹਿਣ ਲੱਗੇ, ਗਿਆਨੀ ਇਵੇਂ ਕਹਿੰਦੇ, ਗਿਆਨੀ ਤੂੰ ਤੇ ਲਾਲਾ ਪਹਿਲਾਂ ਹਰਿਦੁਆਰ ਜਾਇਓ, ਫਿਰ ਅਸੀਂ ਆਵਾਂਗੇ। ਅਸੀਂ ਹਰਿਦੁਆਰ ਜਾਣਾ ਸੀਗਾ। ਮੈਂ ਸਹਿਜੀ ਕਹਿਤਾ, ਮੈਂ ਮਹਾਰਾਜ ਤੁਹਾਨੂੰ ਕਿਹਨੇ ਦੱਸਦਾ ਵੀ ਅਸੀਂ ਹਰਿਦੁਆਰ ਜਾਣਾ? ਹੱਸ ਪਏ। ਕਹਿੰਦੇ ਗਿਆਨੀ ਹੋ ਕੇ ਅਗਿਆਨੀਆਂ ਵਾਲੀ ਗੱਲ ਕੀਤੀ ਆ ਨਾ। ਮੈਂ ਕਿਹਾ ਹੈਗੇ ਤੇ ਅਗਿਆਨੀ ਹਾਂ, ਲੋਕੀ ਗਿਆਨੀ ਕਹੀ ਜਾਂਦੇ ਨੇ। ਆਂਦੇ ਸ਼ੀਸ਼ਾ ਸਾਫ਼ ਕਰੋ, ਸ਼ੀਸ਼ਾ। ਹੁਣ ਇਹ ਕਿੰਨੀ ਡੂੰਘੀ ਰਮਜ਼ ਹੈ, ਤੁਹਾਡੇ 'ਚੋਂ ਕਈਆਂ ਨੂੰ ਸਮਝ ਆ ਜਾਣੀ, ਕਈਆਂ ਨੂੰ ਨਹੀਂ ਆ। ਇਹ ਜਿਹੜਾ ਹਿਰਦਾ ਹੈ ਨਾ, ਇਹ ਸ਼ੀਸ਼ਾ ਹੈ। ਇਹਨੂੰ ਸਾਫ਼ ਕਰੋ, ਤੁਹਾਨੂੰ ਤਿੰਨਾਂ ਲੋਕਾਂ ਦੀ ਗੱਲ ਪਤਾ ਲੱਗ ਜਾਏ। ਅਸੀਂ ਸ਼ੀਸ਼ਾ ਸਾਫ਼ ਕਰਨ ਵਾਲੇ ਪਾਸੇ ਤੁਰਦੇ ਹੀ ਨਹੀਂ। ਮਹਾਰਾਜ ਕਹਿੰਦੇ ਜਿਹੜਾ ਪ੍ਰਭੂ ਦਾ ਸਿਮਰਨ ਕਰੇਗਾ, ਪਹਿਲਾਂ ਤਾਂ ਉਹਦੀ ਤ੍ਰਿਸ਼ਨਾ ਖਤਮ ਹੋ ਜਾਏਗੀ, ਫਿਰ ਉਹਦਾ ਹਿਰਦਾ ਇੰਨਾ ਨਿਰਮਲ ਹੋ ਜਾਏਗਾ ਕਿ ਉਹਨੂੰ ਸਭ ਕੁਝ ਸੁੱਝ ਜਾਏ। ਭੂਤ ਭਵਿੱਖਤ ਵਰਤਮਾਨ ਦਾ ਪਤਾ ਲੱਗਦਾ। ਉਹ ਇੱਥੇ ਬੈਠੇ ਸਭ ਕੁਝ ਦੱਸ। ਜੇ ਉਹਨਾਂ ਦੀਆਂ ਤੁਹਾਨੂੰ ਗੱਲਾਂ ਸੁਣਾਉਣ ਲੱਗੀਏ, ਤੁਸੀਂ ਹੈਰਾਨ ਹੋ ਜਾਓ ਵੀ ਉਹ ਕਿਤਨੇ ਇਸੇ ਤਰ੍ਹਾਂ ਸੰਤ ਮਹਾਰਾਜ ਬਾਬਾ ਦਲੇਰ ਸਿੰਘ, ਬੜੀ ਉੱਚੀ ਅਵਸਥਾ। ਤੋ ਮਹਾਰਾਜ ਕਹਿੰਦੇ ਨੇ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕੁਝ ਸੁਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਸ। ਸਿਮਰਨ ਕਰਨ ਵਾਲੇ ਨੂੰ ਜਮਾਂ ਦਾ ਡਰ ਵੀ ਨਹੀਂ, ਕਿਉਂਕਿ ਜਮ ਉਹਦੇ ਨੇੜੇ ਨਹੀਂ ਆ ਸਕਦਾ। ਜਮ ਤੇ ਥਰ ਥਰ ਕੰਬਦਾ। ਰਾਜਾ ਜਨਕ ਦੇ ਬਾਰੇ ਸੁਣ ਲਓ। ਜਦੋਂ ਜਾਣ ਲੱਗੇ ਤੇ ਨਰਕਾਂ ਵਿੱਚੋਂ ਆਵਾਜ਼ ਆ ਰਹੀ ਸੀ, ਚੀਖ ਝਾੜੇ ਦੀ। ਕਹਿੰਦੇ ਉੱਥੇ ਲੈ ਚੱਲੋ ਮੈਨੂੰ। ਉਹ ਕਹਿਣ ਲੱਗੇ, ਮਹਾਰਾਜ ਤੁਹਾਡੇ ਵਾਲਾ ਥਾਂ ਨਹੀਂ ਉਹ ਹੈਗਾ। ਆਂਦਾ ਨਹੀਂ, ਮੈਨੂੰ ਲੈ ਚੱਲੋ। ਲੈ ਕੇ ਗਏ। ਧਰਮ ਰਾਜਾ ਹਾਜ਼ਰ ਹੋ ਗਏ। ਮਹਾਰਾਜ ਹੁਕਮ ਕਰੋ, ਤੁਸੀਂ ਇੱਥੇ ਕਿਵੇਂ? ਕਹਿੰਦੇ ਇਹਨਾਂ ਦੀ ਛੁੱਟੀ ਕਰਤੇ ਸਾਰਿਆਂ। ਆਂਦਾ ਮਹਾਰਾਜ ਮੈਂ ਨੌਕਰ ਹਾਂ ਅਕਾਲ ਪੁਰਖ ਦਾ, ਮੈਂ ਕਿਵੇਂ ਛੱਡ ਸਕਦਾ? ਕਹਿੰਦਾ ਤੂੰ ਜੋ ਇਹਦੇ ਬਦਲੇ ਲੈਣਾ ਲੈ ਲੈ, ਤੇ ਛੁੱਟੀ ਕਰ। ਮੇਰੇ ਕੋਲ ਨਹੀਂ ਬਰਦਾਸ਼ਤ ਹੁੰਦਾ ਇਹਨਾਂ ਦਾ ਰੋਣਾ ਪਿੱਟਣਾ। ਇੱਕ ਘੜੀ ਦਾ ਸਿਮਰਨ ਦਿੱਤਾ ਤੇ ਸਭ ਦੀ ਛੁੱਟੀ ਕਰਾ। ਤੋ ਵਾਹਿਗੁਰੂ ਦੇ ਸਿਮਰਨ ਕਰਨ ਵਾਲਿਆਂ ਦੀਆਂ ਸ਼ਕਤੀਆਂ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ
ਉਹਨਾਂ ਦੀ ਹਰ ਆਸ ਤੁਸੀਂ ਕਰਕੇ ਵੇਖ ਲਓ, ਤੁਹਾਡੀ ਵੀ ਪੂਰੀ ਹੋਵੇ। ਅਸੀਂ ਪੜ੍ਹੀ ਜਾਂਦੇ ਹਾਂ, ਰੋਜ਼ ਪੜ੍ਹਦੇ ਹਾਂ। ਗੁਰਦੇਵ ਕਹਿੰਦੇ ਨੇ, ਭਾਈ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇਂ ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ, ਜਾਂ ਹਰ ਸਿਮਰਨ ਭਇਆ ਤਾਂ ਉਪਾਦਗਤ ਕੀਨੀ, ਪੜ ਭਾਗੀ ਹਰ ਜਪਣਾ, ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਗਜਲ ਲਓ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ। ਜਿਹੜੀ ਹੱਥਾਂ ਦੀ ਮੈਲ ਹੈ ਇਹ ਪਾਣੀ ਨਾਲ ਧੋਤੀ ਜਾਂਦੀ, ਜਿਹੜੀ ਕੱਪੜਿਆਂ ਦੀ ਮੈਲ ਹੈ ਉਹਨੂੰ ਇਕੱਲਾ ਪਾਣੀ ਨਹੀਂ ਧੋ ਸਕਦਾ, ਨਾਲ ਸਾਬਣ ਵੀ ਲਾਉਣਾ ਪੈਂਦਾ। ਜੇ ਨਾ ਤਸੱਲੀ ਹੋਵੇ ਤਾਂ ਬੀਬੀਆਂ ਨੂੰ ਪੁੱਛ ਕੇ ਵੇਖ ਲਓ, ਸਰਫ ਵੀ ਵਰਤਣਾ ਪੈਂਦਾ। ਪਰ ਜਿਹੜੀ ਮਨ ਦੀ ਮੈਲ ਹੈ ਉਹ ਨਾ ਪਾਣੀ ਧੋ ਸਕਦਾ, ਨਾ ਸਾਬਣ ਧੋ ਸਕਦਾ, ਉਹਦਾ ਸਿਮਰਨ ਨਾਲ ਹੀ ਜਾ ਸਕਦਾ। ਪ੍ਰਭ ਕੇ ਸਿਮਰਨ ਮਨ ਕੀ ਅੰਮ੍ਰਿਤ ਨਾਮ ਰਿਤ ਮਾਹੇ, ਜਦੋਂ ਮਨ ਦੀ ਮੈਲ ਖਤਮ ਹੋਵੇਗੀ ਫਿਰ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਰਿਤ ਮੇ ਸਮਾਏ ਟਿਕ ਜਾਏ। ਅਸੀਂ ਇਹਨੇ ਦੋਵੇਂ ਕੰਮ ਕਰੀ ਚਲੀਏ, ਹੱਟੀ ਤੇ ਬਹਿ ਕੇ ਝੂਠ ਵੀ ਬੋਲੀ ਚਲੀਏ ਤੇ ਇੱਧਰ ਵੀ ਕੰਮ ਇਉਂ ਨਹੀਂ ਹੁੰਦਾ। ਅੰਮ੍ਰਿਤ ਨਾਮ ਰਿਤ ਮਾਹੇ ਸਮਾਏ, ਫਿਰ ਪਾਤਸ਼ਾਹ ਨੇ ਪ੍ਰਭ ਜੀ ਬਸੈ ਸਾਧਕੀ। ਹੁਣ ਇੱਥੇ ਬਸੈ ਕਿਉਂ ਕਿਹਾ? ਪ੍ਰਭੂ ਜੀ ਦੇ ਇੱਕ ਨੇ, ਇਹ ਆਦਰਵਾਦੀ ਹੈ। ਜਿਵੇਂ ਤੁਸੀਂ ਕਹਿੰਦੇ ਹੋ ਨਾ, ਪਿਤਾ ਜੀ ਤੁਸੀਂ ਕਦੋਂ ਆਏ, ਇਹ ਆਦਰਵਾਦੀ। ਜੇ ਮੁੰਡਾ ਖੁੰਡਾ ਪੁੱਤਰ ਦੀ ਉਹ ਤੂੰ ਕਦੋਂ ਆਇਆ, ਉਹਨੂੰ ਹੋਰ ਤਰ੍ਹਾਂ। ਇਹ ਹੈ ਆਦਰਵਾਦ। ਪ੍ਰਭ ਜੀ ਬਸੈ ਸਾਧਕੀ। ਵਾਹਿਗੁਰੂ ਜੀ ਜਿਹੜੇ ਨੇ ਉਹ ਸਾਧੂਆਂ ਦੀ ਰਸਨਾ 'ਤੇ, ਉਹ ਹਰ ਵੇਲੇ ਉਹਨਾਂ ਨੂੰ ਯਤਨ ਕਰਨ ਦੀ ਲੋੜ ਨਹੀਂ। ਊਠਤ ਬੈਠਤ ਸੋਵਤ ਨਾਮ, ਹਰ ਜਨ ਕੇ ਹਿਰਦੇ ਸਦ ਲਓ। ਪਾਤਸ਼ਾਹ ਕਹਿੰਦੇ ਨਾਨਕ ਜਨ ਕਾ ਦਾਸਨ। ਨਾਨਕ ਜੀ ਕਹਿੰਦੇ ਮੈਂ ਉਹਨਾਂ ਪ੍ਰਭੂ ਦੇ ਦਾਸਾਂ ਦਾ ਵੀ ਦਾਸ, ਜਨ ਕਾ ਦਾਸਨ। ਲਓ ਸਮਾਂ ਤੇ ਹੋ ਗਿਆ। ਸੁਨੇਹਾ ਤੇ ਮਿਲਿਆ ਵੀ ਅੱਜ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਮੇਰਾ ਮਤਲਬ ਹੈ ਸੁਨੇਹੇ ਦੇਣੇ ਵੀ ਸੌਖੇ ਨੇ, ਪਰ ਉਹ 'ਤੇ ਅਮਲ ਕਰਨਾ ਬੜਾ ਔਖਾ। ਹੁਣ 4 ਅਸ਼ਟਪਦੀਆਂ 'ਚ 4 ਪਦ ਹੋਏ। ਜੇ ਤੇ ਸਿਰਫ ਫਾਰਮੈਲਿਟੀ ਕਰਨੀ ਹੋਵੇ ਤਾਂ ਮੈਂ ਪੜ੍ਹੀ ਜਾਵਾਂ, ਤੁਸੀਂ ਮੇਰੇ ਪਿੱਛੇ ਪੜ੍ਹੀ ਚੱਲੋ ਤਾਂ ਚੱਲ ਪੂਰਾ ਹੋ ਜਾਏਗਾ। ਪਰ ਜੇ ਰਸ ਲੈਣਾ ਤੇ ਫਿਰ ਤੁਹਾਨੂੰ ਸਮੇਂ ਦਾ ਤਿਆਗ ਕਰਨਾ ਪਵੇ। ਮੈਨੂੰ ਇੱਕ ਤੋਂ ਦੂਜੀ ਵਾਰੀ ਕਹੋਗੇ ਜੀ ਲੇਟ ਹੋ ਗਏ, ਤਾਂ ਫਿਰ ਮੈਂ ਮਜਬੂਰ ਹੋ ਜਾਵਾਂ, ਕਿਉਂਕਿ ਫਿਰ ਰਸ ਨਹੀਂ ਆਉਂਦਾ। ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜੀਵਨ ਇੱਕੋ ਇੱਕ ਗੱਲ ਦੱਸਦਾ ਵੀ ਸੇਵਾ ਕਰੋ। ਗੁਰੂ ਦਾ ਹੁਕਮ ਹੈ, ਸੇਵਾ ਕਰਕੇ ਗੁਰੂ ਦਾ ਹੁਕਮ ਮੰਨ ਕੇ ਕਿੱਡੀ ਉੱਚੀ ਪਦਵੀ ਤੇ ਪਹੁੰਚ ਗਏ। ਜਦੋਂ ਗੁਰੂ ਦੀ ਸ਼ਰਨ ਵਿੱਚ ਆਏ ਉਦੋਂ ਯਤੀਮ ਹਨ। ਮੈਂ ਆਖਾਂ ਤੇ ਠੀਕ ਨਹੀਂ ਲੱਗਦਾ, ਪਰ ਗੁਰੂ ਰਾਮਦਾਸ ਜੀ ਆਪ ਕਹਿੰਦੇ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰ, ਸਾ ਬਿਦ ਤੁਮ ਹਰ ਜਾਣੋ, ਹਮ ਰੁਲਤੇ ਫਿਰਤੇ ਕੋਈ ਬਾਤ न पूछते, गुर सतगुर संग कीरे हम धन धन गुरु नानक जन केरा, जित मिले चूके सब सोख। आओ ਅਸੀਂ ਵੀ ਗੁਰੂ ਰਾਮਦਾਸ ਜੀ ਦੇ ਜੀਵਨ ਤੋਂ ਸਿੱਖਿਆ ਲਈਏ ਔਰ ਗੁਰੂ ਦੀ ਸ਼ਰਨ ਵਿੱਚ ਚਤੁਰਾਈਆਂ ਚਲਾਕੀਆਂ ਨਾ ਕਰੀਏ। ਬਸ ਗੁਰੂ ਦੀ ਸ਼ਰਨ ਵਿੱਚ ਆ ਜਾਓ। ਗੁਰੂ ਤਾਂ ਫਿਰ
कचों कंचन भयो, कच तो सोना बना, कचों कंचन भयो शब्द गुरु श्रवणै सुने, बिखते अमृत होयो नाम सतगुर मुख पड़े, लोहो होयो लाल नदर सतगुर जद धारै, पाहन माणक करे ज्ञान गुर कहो बिजान, काठों श्री खंड सतगुर कियो, दुख दरिद्र तिनके गए, सतगुरु चरण जिन परसिया, से पस परेत स्वर्ग। ये अरदास करनी है ते हम अवगुण भरे, एक गुण नाही अमृत छाड़, बिख बिख खाई माया मोह, परम पै भूले, सुत दारा स्यों प्रीत। एक उत्तम पंथ सुनियो गुर संगत, ते मिलंत जम त्रास मिटाई, एक अरदास पाठ कीरत की, गुरु रामदास भुला चुका की खेमा बख्श, गज के फतेह गजाओ, वाहिगुरू जी का वाहिगुरू। राम कली महला तीजा।